ਲੜੀਵਾਰ ਕਥਾ ਰਾਗ ਜੈਤਸਰੀ ਵਿੱਚ ਆਪ ਜੀ ਸਰਵਣ ਕਰ ਰਹੇ ਹੋ। ਤਿੰਨ ਸ਼ਬਦ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਰਾਗ ਜੈਤਸਰੀ ਵਿੱਚ ਆਪਾਂ ਵਿਚਾਰ ਚੁੱਕੇ। ਚੌਥਾ ਸ਼ਬਦ ਪ੍ਰਾਰੰਭ ਹੁੰਦਾ ਹੈ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ 'ਚ ਹਾਜ਼ਰੀ ਲਵਾਓ ਤੇ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੈਤਸਰੀ ਮਹੱਲਾ ਚੌਥਾ। ਸਤਿਗੁਰ ਸਾਜਨ ਪੁਰਖ ਵੱਡ ਪਾਇਆ, ਹਰ ਰਸਕ ਰਸਕ ਫਲ ਲਾਗਬਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਰਾਗ ਜੈਤਸਰੀ ਵਿੱਚ ਇਹ ਪਾਵਨ ਅੰਮ੍ਰਿਤ ਬਚਨ ਉਚਾਰਨ ਕਰ ਰਹੇ। 697 ਅੰਗ ਤੇ ਇਹ ਪਾਵਨ ਸ਼ਬਦ ਸੁਭਾਏ ਮਾਨ। ਨਿਰੰਕਾਰ ਦਾ ਤਰਸ ਵਰਤਿਆ, ਅਕਾਲ ਪੁਰਖ ਦੀ ਦਇਆ ਹੋਈ ਤੇ ਉਸ ਦੀ ਦਇਆ ਨਾਲ ਸਾਨੂੰ ਸਤਿਗੁਰੂ ਜੀ ਜੋ ਸੱਜਣ ਹਨ, ਪੁਰਖ ਸਭ ਨੂੰ ਭਰਨੇ ਵਾਲੇ ਹਨ, ਪੂਰਨੇ ਵਾਲੇ ਹਨ, ਉਸ ਵੱਡੇ ਸਤਿਗੁਰੂ ਪੁਰਖ ਸੱਜਣ ਦੀ ਸਾਨੂੰ ਪ੍ਰਾਪਤੀ ਹੋਈ। ਔਰ ਜਿਸ ਸਤਿਗੁਰਾਂ ਨਾਲ ਮਿਲ ਕੇ ਹਰ ਰਸਕ, ਰਸਕ ਦਾ ਅਰਥ ਹੈ ਪ੍ਰੀਤ, ਪ੍ਰੇਮ। ਸਤਿਗੁਰੂ ਜੀ ਜਦੋਂ ਮਿਲੇ ਤੇ ਸਤਿਗੁਰਾਂ ਦੇ ਮੇਲ ਨਾਲ ਸਾਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰੀਤ ਪ੍ਰਾਪਤ ਹੋਈ, ਜਾਂ ਇਸ ਤਰ੍ਹਾਂ ਕਹਿ ਲਈਏ ਕਿ ਹਰੀ ਦੀ ਪ੍ਰੀਤ ਸਾਡੇ ਹਿਰਦੇ 'ਚ ਲੱਗ ਗਈ, ਨਿਰੰਕਾਰ ਦਾ ਪ੍ਰੇਮ ਹਿਰਦੇ 'ਚ ਲੱਗ ਗਿਆ। ਜਦੋਂ ਹਰੀ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਤੇ ਪ੍ਰੀਤ ਦਾ ਰਸ ਲੱਗਾ ਤੇ ਫਿਰ ਰਸਕ ਫਲ ਲਾਗਬਾ, ਜਿਹੜਾ ਆਨੰਦ ਦਾ ਫਲ ਸੀ। ਰਸਕ ਦਾ ਦੂਸਰੇ ਰਸਕ ਦਾ ਅਰਥ ਕੀਤਾ ਮਹਾਂਪੁਰਸ਼ਾਂ ਸੰਪਰਦਾਇ ਵਿਦਵਾਨਾਂ ਨੇ ਪਰਮ ਆਨੰਦ। ਪਰਮੇਸ਼ਰ ਦੀ ਪ੍ਰੀਤ ਜਦੋਂ ਸਾਡੇ ਹਿਰਦੇ 'ਚ ਲੱਗੀ ਤਾਂ ਵਾਹਿਗੁਰੂ ਪਰਮੇਸ਼ਰ ਦੇ ਪਰਮ ਆਨੰਦ ਦਾ ਜਿਹੜਾ ਫਲ ਸੀ ਉਹ ਫਲ ਸਾਨੂੰ ਲੱਗ ਗਿਆ, ਯਾਨੀ ਕਿ ਉਹ ਫਲ ਸਾਨੂੰ ਪ੍ਰਾਪਤ ਹੋ ਗਿਆ। ਪਰਮੇਸ਼ਰ ਦੀ ਦਇਆ ਨਾਲ ਪਹਿਲੇ ਸਤਿਗੁਰੂ ਪੁਰਖ ਸੱਜਣ ਜੀ ਮਿਲੇ, ਜੋ ਸਾਰਿਆਂ ਦੇ ਸੱਜਣ ਨੇ। ਸਤਿਗੁਰੂ ਜੀ ਤਾਂ ਕਿਸੇ ਨਾਲ ਵੈਰ ਨਹੀਂ ਕਰਦੇ, ਇਸ ਕਰਕੇ ਸੱਜਣ ਨੇ। ਕਿਸੇ ਨਾਲ ਵੀ ਸਤਿਗੁਰਾਂ ਦਾ ਵੈਰ ਨਹੀਂ। ਕੋਈ ਆਖੇ ਜੇ ਸਤਿਗੁਰਾਂ ਦਾ ਕਿਸੇ ਨਾਲ ਵੈਰ ਨਹੀਂ ਤੇ ਕਮਾਨ ਪਕੜ ਕੇ ਤੀਰ ਚਾੜ ਕੇ ਤੰਦੀ ਦੇ ਉੱਤੇ ਕਿਉਂ ਛੱਡਦੇ ਨੇ ਕਲਗੀਧਰ ਸੁਆਮੀ? ਕਿਉਂ ਗੁਰੂ ਹਰਗੋਬਿੰਦ ਸਾਹਿਬ ਜੀ ਤਲਵਾਰ ਪਕੜਦੇ ਹਨ, ਆਉਂਦੇ ਹੋਏ ਨੂੰ ਕੱਟ ਦਿੰਦੇ ਹਨ? ਪੈਂਦੇ ਖਾਂ ਨੂੰ ਆਪਣੇ ਤੇਗੇ ਨਾਲ ਝੜਕ ਦਿੱਤਾ, ਕਾਲੇ ਖਾਂ ਨੂੰ ਝਟਕਿਆ, ਕਾਬਲ ਬੇਗ ਨੂੰ, ਲੱਲਾ ਬੇਗ ਨੂੰ, ਕੰਬਰ ਬੇਗ ਨੂੰ ਮਾਰਿਆ। ਕਿਉਂ ਐਸਾ ਕੀਤਾ? ਜੇ ਸਤਿਗੁਰਾਂ ਦਾ ਕਿਸੇ ਨਾਲ ਵੈਰ ਨਹੀਂ, ਉਹ ਸਭ ਦੇ ਸੱਜਣ ਨੇ, ਤਾਂ ਐਸਾ ਹੈ ਸਤਿਗੁਰੂ ਜੀ ਸ਼ੀਸ਼ੇ ਵਾਂਗੂ ਹਨ, ਸਭ ਦੇ ਸੱਜਣ ਨੇ। ਪਰ ਜੈਸਾ ਕੋਈ ਮੁਖ ਲੈ ਕੇ ਆਵੇਗਾ ਤਿਸ ਨੂੰ ਤੈਸਾ ਹੀ ਆਪਣਾ ਮੁਖ ਦਿਸਣਾ। ਜਿਹਨੇ ਟੇਢਾ ਮੇਢਾ ਮੂੰਹ ਕਰਕੇ ਆਉਣਾ ਨੂੰ ਉਦਾਂ ਦਾ ਦਿਸਣਾ। ਉਹ ਬਿਰਤੀ ਇਹ ਲੈ ਕੇ ਆਏ ਕਿ ਅਸੀਂ ਗੁਰੂ ਸਾਹਿਬ ਦੇ ਵੈਰੀ ਹਾਂ, ਸਤਿਗੁਰੂ ਜੀ ਵੈਰੀ ਨਹੀਂ ਹਨ। ਸਤਿਗੁਰੂ ਜੀ ਸਤਿਗੁਰੂ ਫਿਰ ਵੀ ਸੱਜਣ ਨੇ, ਪਰ ਉਹ ਬਿਰਤੀ ਲੈ ਕੇ ਆਏ ਨੇ ਕਿ ਸਤਿਗੁਰੂ ਜੀ ਸਾਡੇ ਦੁਸ਼ਮਣ ਨੇ। ਉਹ ਆਪਣੇ ਹਿਰਦੇ 'ਚ ਦੁਸ਼ਮਣੀ ਦਾ ਭਾਵ ਲੈ ਕੇ ਆਏ ਨੇ, ਇਸੇ ਕਰਕੇ ਸਤਿਗੁਰੂ ਜੀ ਉਹਨਾਂ ਨੂੰ ਆਪਣੇ ਦੁਸ਼ਮਣ ਹੀ ਨਜ਼ਰ ਆ ਰਹੇ। ਤੇ ਫਿਰ ਜਿਨ੍ਹਾਂ ਨੂੰ ਸਤਿਗੁਰੂ ਜੀ ਆਪਣੇ ਤੀਰਾਂ ਨਾਲ ਮਾਰ ਰਹੇ ਨੇ, ਜਿਸ ਪੈਂਦੇ ਖਾਂ ਨੂੰ ਆਪਣੀ ਤਲਵਾਰ ਨਾਲ ਮਾਰਨ ਲੱਗਦੇ ਐ ਤੇ ਕਹਿੰਦੇ ਆ ਪੈਂਦੇ ਆ ਪੜ ਲੈ ਕਲਮਾ,
ਤੇ ਪੈਂਦਾ ਅੱਗੋਂ ਹੱਥ ਜੋੜ ਕੇ ਉਸੇ ਵੇਲੇ ਬੋਲਿਆ, ਮਹਾਰਾਜ ਤੁਹਾਡੀ ਤਲਵਾਰ ਹੀ ਹੁਣ ਮੇਰੇ ਲਈ ਮਿਸ਼ਰੀ ਕਲਮਾਂ ਹਨ। ਉਹ ਵੈਰ ਰੱਖ ਕੇ ਆਏ ਨੇ, ਦੁਸ਼ਮਣੀ ਰੱਖ ਕੇ ਆਏ ਨੇ, ਪਰ ਸਤਿਗੁਰੂ ਜੀ ਫਿਰ ਵੀ ਉਹਨਾਂ ਨੂੰ ਮੋਕਸ਼ ਤੇ ਮੁਕਤੀ ਪ੍ਰਦਾਨ ਕਰ ਰਹੇ ਨੇ। ਸਤਿਗੁਰੂ ਸਭ ਦੇ ਸੱਜਣ ਨੇ, ਸਤਿਗੁਰੂ ਸਭਨਾਂ ਦਾ ਭਲਾ ਮਨਾਏਗਾ। ਮਹਾਰਾਜ ਜੀ ਤਾਂ ਸਭ ਦਾ ਹੀ ਭਲਾ ਮੰਨਦੇ ਆ, ਮੰਨਦੇ ਹੀ ਨਹੀਂ ਹਨ, ਮਨਾਉਂਦੇ ਹੀ ਨਹੀਂ ਹਨ, ਭਲਾ ਕਰਦੇ ਵੀ ਹਨ। ਤੋ ਐਸੇ ਸੱਜਣ ਸਤਿਗੁਰੂ ਜੀ ਨੇ ਸਾਡੇ ਤੇ ਤਰਸ ਕੀਤਾ। ਹਰੀ ਦੀ ਪ੍ਰੀਤ ਜਦੋਂ ਸਾਡੇ ਹਿਰਦੇ ਵਿੱਚ ਲੱਗੀ ਤਾਂ ਫਿਰ ਪਰਮੇਸ਼ਰ ਦੇ ਪਰਮ ਆਨੰਦ ਦਾ ਜਿਹੜਾ ਫਲ ਸੀ ਉਹ ਲਾਗਵਾ, ਉਹ ਸਾਨੂੰ ਲੱਗ ਗਿਆ, ਉਹ ਸਾਨੂੰ ਪ੍ਰਾਪਤ ਹੋ ਗਿਆ। ਮਾਇਆ ਪੁਅੰਗ ਗ੍ਰਸਿਓ ਹੈ ਪ੍ਰਾਣੀ, ਗੁਰ ਬਚਨੀ ਬਿਸ ਹਰ ਕਾਢਬਾ। ਮਾਇਆ ਰੂਪੀ ਭੁਯੰਗ ਸੱਪ ਨੇ ਇਸ ਜੀਵ ਨੂੰ ਗਰਸਿਆ ਹੋਇਆ। ਮਾਇਆ ਸਰਪਣੀ, ਮਾਇਆ ਸੱਪ ਹੈ, ਨਾਗ ਹੈ ਬੜਾ ਜ਼ਹਿਰੀਲਾ, ਔਰ ਇਸ ਮਾਇਆ ਰੂਪੀ ਸੱਪ ਨੇ ਇਸ ਜੀਵ ਨੂੰ ਗਰਸਿਆ ਹੋਇਆ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਪਰ ਜਦੋਂ ਕੋਈ ਸਿੱਖ ਸਤਿਗੁਰੂ ਜੀ ਦੇ ਗੁਰੂ ਕੇ ਬਚਨ ਸੁਣਦਾ ਹੈ, ਗੁਰੂ ਕੇ ਬਚਨਾਂ ਦਾ ਆਸਰਾ ਗ੍ਰਹਿਣ ਕਰਦਾ ਹੈ, ਤਾਂ ਗੁਰੂ ਦੇ ਬਚਨਾਂ ਨਾਲ ਕਹਿੰਦੇ ਇਹ ਜਿਹੜਾ ਵਿਸ਼ ਹੈ, ਜ਼ਹਿਰ ਹੈ ਇਸ ਮਾਇਆ ਦੇ ਸੱਪ ਦੇ ਡੱਸੇ ਹੋਏ ਦਾ, ਇਹ ਜ਼ਹਿਰ ਗੁਰੂ ਦੇ ਬਚਨਾਂ ਨਾਲ ਅੰਦਰੋਂ ਕਾਢਵਾ ਨਿਕਲ ਜਾਂਦਾ। ਕੱਢ ਦਿੰਦੇ ਨੇ ਸਤਿਗੁਰਾਂ ਦੇ ਬਚਨ ਮਾਇਆ ਦੇ ਇਸ ਜ਼ਹਿਰ ਨੂੰ, ਮਾਇਆ ਰੂਪੀ ਸੱਪ ਦੇ ਇਸ ਜ਼ਹਿਰ ਨੂੰ ਕੱਢ ਦਿੰਦੇ ਨੇ ਜਗਿਆਸੂ ਦੇ ਹਿਰਦੇ ਚੋਂ, ਜਦੋਂ ਗੁਰੂ ਕੇ ਬਚਨ ਵਸ ਜਾਣ। ਜਿਵੇਂ ਸੱਪ ਦੇ ਡੱਸਿਆ ਦਾ ਇੱਕ ਮੰਤਰ ਪੜਿਆ ਜਾਂਦਾ, ਗਰੁੜ ਮੰਤਰ, ਉਸ ਮੰਤਰ ਨਾਲ ਉਹ ਜ਼ਹਿਰ ਕੱਢ ਦਿੱਤੀ ਜਾਂਦੀ ਹੈ ਨਾ, ਉਹ ਬਿਖ ਕੱਢ ਦਿੱਤਾ ਜਾਂਦਾ ਹੈ। ਤਾਂ ਐਸੇ ਮਾਇਆ ਰੂਪੀ ਸੱਪ ਨੇ ਜਿਸ ਜੀਵ ਨੂੰ ਗਰਸਿਆ ਹੋਇਆ, ਉਹਦੇ ਅੰਦਰ ਜਿਹੜਾ ਉਹਦਾ ਜ਼ਹਿਰ ਤੇ ਬਿਖ ਚੜਿਆ ਹੋਇਆ, ਉਹ ਬਿਖ ਸਤਿਗੁਰਾਂ ਦੇ ਬਚਨਾਂ ਨਾਲ ਦੂਰ ਹੋ ਜਾਂਦਾ, ਅੰਦਰ ਬਿਰਤ ਹੋ ਜਾਂਦਾ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਗੁਰਦੇਵ ਦੇ ਪਾਵਨ ਬਚਨਾਂ ਦੇ ਦੁਆਰਾ ਉਹ ਬਿਖ, ਉਹ ਜ਼ਹਿਰ ਹਰੀ ਜੀ ਹਿਰਦੇ ਚੋਂ ਕੱਢ ਦਿੰਦੇ ਹਨ। ਮੇਰਾ ਮਨ ਰਾਮ ਨਾਮ ਰਸ ਲਾਗਬਾ। ਮੇਰਾ ਇਹ ਮਨ ਰਾਮ ਦੇ ਨਾਮ ਦੇ ਰਸ ਵਿੱਚ ਲਾਗਵਾ ਲੱਗਾ ਹੋਇਆ। ਲਾਗੇਵਾ ਬੜੇ ਪਿਆਰੇ ਅੰਮ੍ਰਿਤ ਬਚਨ ਸਤਿਗੁਰੂ, ਇਹ ਵੀ ਇੱਕ ਇਲਾਕੇ ਦੀ ਬੋਲੀ। ਲਾਗੇਵਾ ਮੇਰਾ ਮਨ ਰਾਮ ਨਾਮ ਰਸ ਲਾਗੇਵਾ। ਮੇਰਾ ਮਨ ਰਾਮ ਦੇ ਨਾਮ ਦੇ ਰਸ ਵਿੱਚ, ਉਸ ਦੇ ਆਨੰਦ ਵਿੱਚ ਲੱਗਾ ਹੋਇਆ ਹੈ। ਹਰ ਕੀਏ ਪਤਤ ਪਵਿੱਤਰ ਮਿਲ ਸਾਧ ਗੁਰ, ਹਰ ਨਾਮੈ ਹਰ ਰਸ ਚਾਖਬਾ। ਹਰੀ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਪਤਤਾਂ ਨੂੰ ਪਵਿੱਤਰ ਕਰ ਦਿੱਤਾ। ਗੁਰੂ ਸਾਧੂ ਨੇ, ਸਾਧੂ ਗੁਰੂ ਦਾ ਮਤਲਬ ਸਿੱਧ ਗੁਰੂ, ਪੂਰਨ ਗੁਰੂ, ਜਿਸ ਵਿੱਚ ਰੰਚਕ ਭਰ ਵੀ ਊਣਤਾਈ ਨਾ ਹੋਵੇ, ਉਹਨੂੰ ਸਾਧ ਗੁਰ ਕਹਿੰਦੇ ਆ। ਸਾਧ ਗੁਰ, ਸਾਧ ਗੁਰ ਦਾ ਮਤਲਬ ਸਿੱਧ ਗੁਰੂ, ਯਾਨੀ ਕਿ ਗੁਰੂ ਸਿੱਧ ਹੋਵੇ। ਸਿੱਧ ਤੋਂ ਭਾਵ ਸੰਪੂਰਨ, ਪੂਰਨ, ਜਿਸ ਵਿੱਚ ਕੋਈ ਊਣਤਾਈ ਨਹੀਂ। ਜਦੋਂ ਐਸੇ ਸਾਧ ਗੁਰ ਨਾਲ ਮਿਲੇ ਤਾਂ ਹਰੀ ਨੇ ਸਾਡੇ ਵਰਗੇ ਪਤਤਾਂ ਨੂੰ ਪਵਿੱਤਰ ਕਰ ਦਿੱਤਾ। ਹਰ ਕੀਏ ਪਤਤ ਪਵਿੱਤਰ। ਹਰੀ ਨੇ ਸਾਡੇ ਵਰਗੇ ਪਤਤ ਜੀਵਾਂ ਨੂੰ, ਪਾਪੀ ਜੀਵਾਂ ਨੂੰ ਪਵਿੱਤਰ ਕਰ ਦਿੱਤਾ। ਤੇ ਫਿਰ ਕੀ ਹੋਇਆ? ਹਰ ਨਾਮੈ ਹਰ ਰਸ ਚਾਖੇਵਾ। ਹਰੀ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਅੰਮ੍ਰਿਤ ਨਾਮ ਹੈ, ਉਸ ਹਰੀ ਦੇ ਨਾਮ ਰਸ ਨੂੰ ਅਸੀਂ ਚਾਖਵਾ, ਚੱਖਿਆ। ਗੁਰੂ ਨੇ ਤਰਸ ਕੀਤਾ, ਸਤਿਗੁਰਾਂ ਦੀ ਦਇਆ ਨਾਲ ਜਦੋਂ ਅਸੀਂ ਪਤਤਾਂ ਤੋਂ ਪੁਨੀਤ ਹੋ ਗਏ,
ਤਾਂ ਫਿਰ ਹਰੀ ਵਾਹਿਗੁਰੂ ਪਰਮੇਸ਼ਰ ਦੇ ਪਵਿੱਤਰ ਅੰਮ੍ਰਿਤ ਨਾਮ ਦੇ ਰਸ ਨੂੰ ਚਖਿਆ। ਰਹਾਉ ਧੰਨ ਧੰਨ ਵਡ ਭਾਗ ਮਿਲਿਓ ਗੁਰ ਸਾਧੂ, ਮਿਲ ਸਾਧੂ ਲੇਵ ਓਨ ਮਨ ਲਾਗਵਾ। ਧੰਨ ਹਨ ਉਹਨਾਂ ਦੇ ਵੱਡੇ ਭਾਗ ਹਨ। ਸ਼ਾਬਾਸ਼ ਹੈ ਉਹਨਾਂ ਨੂੰ, ਸ਼ਾਬਾਸ਼ ਹੈ ਉਹਨਾਂ ਨੂੰ ਕਿਹਨਾਂ ਨੂੰ? ਜਿਨ੍ਹਾਂ ਨੂੰ ਪੂਰਨ ਗੁਰੂ ਸਾਧੂ ਮਿਲੇ ਹਨ, ਜਿਨ੍ਹਾਂ ਨੂੰ ਪੂਰੇ ਗੁਰੂ ਦਾ ਮੇਲ ਪ੍ਰਾਪਤ ਹੋਇਆ, ਉਹ ਵੱਡੇ ਭਾਗਾਂ ਵਾਲੇ ਹਨ। ਧੰਨ ਹਨ ਉਹਨਾਂ ਦੇ ਭਾਗ ਵੱਡੇ ਹਨ। ਤੇ ਜਦੋਂ ਐਸੇ ਗੁਰੂ ਨਾਲ ਮਿਲੇ ਤੇ ਐਸੇ ਗੁਰੂ ਨਾਲ ਮਿਲ ਕੇ ਇਹ ਜਿਹੜੀ ਲਿਵ ਸੀ ਨਾ ਉਨਮਨੀ ਅਵਸਥਾ ਵਿੱਚ ਲੱਗ ਗਈ। ਉਨਮਾਨ, ਵੈਸੇ ਉਨਮਾਨ ਦਾ ਅਰਥ ਆਮ ਕਰਕੇ ਸਾਡੀ ਪੰਜਾਬੀ ਬੋਲੀ ਵਿੱਚ ਕੀਤਾ ਜਾਂਦਾ ਉਖੜਿਆ ਮਨ। ਜਦੋਂ ਕੋਸ਼ਕਾਰੀ ਦੇ ਮੁਤਾਬਕ ਇਹਨੂੰ ਵੇਖਿਆ ਜਾਂਦਾ ਹੈ ਤਾਂ ਉਨਮਾਨ ਦਾ ਅਰਥ ਕੀਤਾ ਜਾਂਦਾ ਉਖੜਿਆ ਹੋਇਆ ਮਨ। ਜਿਵੇਂ ਕਹਿੰਦੇ ਯਾਰ ਅੱਜ ਮੇਰਾ ਮਨ ਉਨਮਨਾ ਜਿਹਾ ਹੋ ਰਿਹਾ, ਯਾਨੀ ਕਿ ਉਖੜਿਆ ਜਿਹਾ ਹੋਇਆ। ਯੋਗ ਮਤ ਦੇ ਅਨੁਸਾਰ ਉਨਮਨੀ ਇੱਕ ਅਵਸਥਾ ਹੈ। ਉਨਮਨੀ ਅਵਸਥਾ ਕਿਹੜੀ ਮੰਨਦੇ ਨੇ ਯੋਗੀ ਲੋਕ? ਉਹ ਮੰਨਦੇ ਨੇ ਜਦੋਂ ਧਿਆਨ ਦੀ ਮੁਦਰਾ 'ਚ ਬੈਠਦੇ ਨੇ, ਉਹਨਾਂ ਦੀ ਇੱਕ ਮੁਦਰਾ ਹੈ ਉਨਮਨੀ। ਜਿਵੇਂ ਮੁਦਰਾ ਹੁੰਦੀ ਹੈ ਨਾ ਹੱਥ ਦੀ, ਆ ਉਂਗਲ ਦੇ ਨਾਲ ਵਿਚਕਾਰਲੀ ਉਂਗਲ ਨਾਲ ਬੈਠੇ ਆ, ਇਹ ਮੁਦਰਾ ਵੱਖਰੀ ਹੈ। ਉਂਗਲ ਪਹਿਲੀ ਉਂਗਲ ਨਾਲ ਬੈਠੇ ਆ, ਮੁਦਰਾ ਵੱਖਰੀ ਹੈ। ਇਸੇ ਤਰ੍ਹਾਂ ਯੋਗੀਆਂ ਦੀ ਇੱਕ ਮੁਦਰਾ ਹੈ ਉਨਮਨੀ ਮੁਦਰਾ। ਉਹ ਕਿਹੜੀ ਹੁੰਦੀ ਹੈ ਕਿ ਆਪਣੀਆਂ ਅੱਖਾਂ ਦੇ ਨਾਲ ਆਪਣੀ ਨੱਕ ਦੀ ਜਿਹੜੀ ਅਗਲੀ ਕਰੁੰਬਲੀ ਹੈ ਇਹਨੂੰ ਇਕਾਗਰ ਹੋ ਕੇ ਵੇਖਣਾ ਦੋ ਅੱਖਾਂ ਨਾਲ। ਬੜੀ ਭਿਆਨਕ ਪੀੜਾ ਹੁੰਦੀ ਹੈ ਪਹਿਲਾਂ ਤਾਂ ਅੱਖਾਂ ਵਿੱਚ। ਉਸ ਨੱਕ ਦੇ ਸਿਖਰ ਨੂੰ, ਨੱਕ ਦੀ ਜਿਹੜੀ ਡੋਡੀ ਆ ਉਹਨੂੰ ਵੇਖੀ ਜਾਣਾ ਦੋ ਅੱਖਾਂ ਨਾਲ। ਏਦਾਂ ਇਕਾਗਰਤਾ ਜਦੋਂ ਬਣ ਉਹਨੂੰ ਉਨਮਨੀ। ਦੂਸਰਾ, ਜਾਂ ਫਿਰ ਪਰਬੱਟਿਆਂ ਦੇ ਵਿਚਕਾਰ, ਭੌਹਾਂ ਦੇ ਵਿਚਕਾਰ ਆਪਣੇ ਧਿਆਨ ਨੂੰ ਕੇਂਦਰਿਤ ਕਰਨਾ, ਇਹਨੂੰ ਵੀ ਉਹ ਉਨਮਨੀ ਅਵਸਥਾ ਕਹਿੰਦੇ ਨੇ। ਪਰ ਗੁਰਮਤ ਵਿੱਚ ਜਿਹੜਾ ਉਨਮਨ ਸ਼ਬਦ ਜਾਂ ਉਨਮਨੀ ਅਵਸਥਾ ਦਾ ਜ਼ਿਕਰ ਆਉਂਦਾ ਹੈ, ਇੱਥੇ ਉਨਮਨ ਦਾ ਅਰਥ ਹੈ, ਉਨ ਦਾ ਅਰਥ ਹੈ ਉੱਚਾ, ਮਨ ਦਾ ਮਤਲਬ ਹੈ ਮਨ। ਸਪਸ਼ਟ ਹੈ ਜਿਨ੍ਹਾਂ ਦਾ ਮਨ ਸੰਸਾਰ ਦੇ ਤਿੰਨਾਂ ਗੁਣਾਂ ਤੋਂ ਜਾਂ ਤਿੰਨਾਂ ਅਵਸਥਾਵਾਂ ਤੋਂ ਉੱਚਾ ਉੱਠ ਜਾਏ, ਤੁਰਿਆ ਪਦ 'ਚ ਪਹੁੰਚ ਜਾਏ, ਉਹਨੂੰ ਕਹਿੰਦੇ ਨੇ ਉਨਮਾਨ। ਜਿੱਥੇ ਮਨ ਸੰਸਾਰ ਦੇ ਸਮਸਤ ਪਾਪ ਪੁੰਨ, ਸੰਸਾਰ ਦੀਆਂ ਸਾਰੀਆਂ ਅਵਸਥਾਵਾਂ ਤੋਂ, ਦਵੰਦ ਭਾਵ ਤੋਂ, ਹਰਖ ਸੋਗ ਤੋਂ ਉੱਚਾ ਉੱਠ ਜਾਏ, ਉਹਨਾਂ ਦਾ ਮਤਲਬ ਉੱਚਾ ਹੋ ਜਾਏ ਮਨ, ਉਹਨੂੰ ਕਹਿੰਦੇ ਆ ਉਨਮਾਨ। ਤੋ ਧੰਨ ਗੁਰੂ ਰਾਮਦਾਸ ਸਾਹਿਬ ਇੱਥੇ ਉਸ ਉਨਮਨੀ ਅਵਸਥਾ ਦਾ ਜ਼ਿਕਰ ਕਰ ਰਹੇ ਨੇ। ਤੁਰਿਆ ਪਦ, ਚੌਥੀ ਅਵਸਥਾ। ਤਿੰਨਾਂ ਵਿੱਚ ਆਪਾਂ ਸਾਰੇ ਵਿਚਰਦੇ ਹਾਂ। ਹੁਣ ਜਾਗਰਤ ਹਾਂ, ਲੇਟ ਜਾਈਏ, ਅੱਖਾਂ ਬੰਦ ਨੇ, ਸੁਪਨਾ ਆ ਗਿਆ ਤਾਂ ਸੁਪਨ ਹੈ, ਗੂੜੀ ਨੀਂਦ 'ਚ ਚਲੇ ਗਏ ਤਾਂ ਫਿਰ ਉਹ ਸੁਖੋਪਤੀ ਹੈ। ਇਹਨਾਂ ਤਿੰਨਾਂ ਵਿੱਚ ਹੀ ਆਪਾਂ ਵਿਚਰਦੇ ਹਾਂ। ਜਾਗ ਗਏ, ਸੁਪਨੇ ਚਲੇ ਗਏ, ਗੂੜੀ ਨੀਂਦ 'ਚ ਚਲੇ ਗਏ, ਇਹਨਾਂ ਤਿੰਨਾਂ ਵਿੱਚ ਹੀ ਸਾਡਾ ਵਰਤਾਰਾ ਹੈ। ਪਰ ਗੁਰਮੁਖ ਇਹਨਾਂ ਤਿੰਨਾਂ ਤੋਂ ਉੱਪਰ ਜੋ ਤੁਰਿਆ ਪਦ ਹੈ, ਤੁਰਿਆ ਅਵਸਥਾ ਹੈ, ਚੌਥੀ ਅਵਸਥਾ, ਉੱਥੇ ਜਾ ਟਿਕਦੇ, ਉਹਨੂੰ ਕਹਿੰਦੇ ਨੇ ਉਨਮਨ। ਤੋ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਫਰਮਾਉਂਦੇ ਨੇ ਕਿ ਜਦੋਂ ਪੂਰੇ ਗੁਰੂ ਸਾਧੂ ਨਾਲ ਮਿਲੇ ਤਾਂ ਉਸ ਵੇਲੇ ਸਾਡੀ ਜਿਹੜੀ ਲਿਵ ਸੀ ਉਹ ਉਨਮਨ ਲਾ ਗਏ। ਵਾਹ, ਉਨਮਨੀ ਅਵਸਥਾ ਵਿੱਚ, ਤੁਰਿਆ ਪਦ ਵਿੱਚ ਸਾਡੀ ਜਿਹੜੀ ਲਿਵ ਹੈ, ਧਿਆਨ ਹੈ ਲੱਗ ਗਿਆ। ਹੁਣ ਤੁਰਿਆ 'ਚ ਹੀ ਰਹਿੰਦਾ ਧਿਆਨ, ਸੁਰਤ ਥੱਲੇ ਨਹੀਂ ਆਉਂਦੀ। ਹੁਣ ਇਹ ਮਨ ਤੁਰਿਆ ਪਦ 'ਚ ਹੀ ਰਹਿੰਦਾ, ਥੱਲੇ ਨਹੀਂ ਆਉਂਦਾ ਧਿਆਨ। ਪਰਮ ਪਦ ਵੀ, ਤੁਰਿਆ ਪਦ ਵੀ, ਜਾਂ ਇਸ ਤਰ੍ਹਾਂ ਕਹਿ ਲਈਏ ਉਹ ਭੂਮਿਕਾ ਪ੍ਰਾਪਤ ਹੋ ਗਈ ਹੈ ਜਿਸ ਨੂੰ ਯੋਗੀਸ਼ਰ ਬਾਂਛਦੇ ਹਨ, ਲੋੜਦੇ ਹਨ।
ਤ੍ਰਿਸ਼ਨਾ ਅਗਨ ਬੁਝੀ ਸ਼ਾਂਤ ਪਾਈ ਹਰ ਨਿਰਮਲ ਨਿਰਮਲ ਗੁਣ ਗਾਏ ਬਾ। ਹਰੀ ਨਿਰਮਲ ਹੈ, ਹਰ ਨਿਰਮਲ। ਇਹਨੂੰ ਅਨਵੈ ਕਰਕੇ ਅਰਥ ਕਰਾਂਗੇ, ਅਨਵੈ ਰੀਤੀ ਦੁਆਰਾ। ਹਰੀ ਨਿਰਮਲ ਹੈ, ਨਿਰਮਲ ਹਰੀ ਦੇ ਨਿਰਮਲ ਗੁਣ ਗਾਏ ਜਦੋਂ, ਕਿਉਂਕਿ ਉਹਦੇ ਗੁਣ ਵੀ ਨਿਰਮਲ ਨੇ, ਪਵਿੱਤਰ ਨੇ। ਹਰੀ ਨਿਰਮਲ ਹੈ, ਉਹਦੇ ਗੁਣ ਵੀ, ਯਾਨੀ ਕਿ ਫਿਰ ਕੋਈ ਪੁੱਛੇ ਕਿ ਮਲਨ ਗੁਣ ਵੀ ਹੁੰਦੇ ਨੇ? ਸੰਸਾਰ ਦੇ ਜੀਵ ਮਲਨ ਨੇ, ਇਹਨਾਂ ਦੇ ਗੁਣ ਵੀ ਮਲਨ ਨੇ। ਸੰਸਾਰੀ ਕਿਸੇ ਮਨੁੱਖ ਵਿੱਚ ਕਹਿ ਦਈਏ ਵੀ ਇਹ ਬੰਦਾ ਬੜਾ ਸੱਚਾ ਸੁੱਚਾ ਬੰਦਾ, ਇਹਦੇ 'ਚ ਇਹ ਗੁਣ ਹੈ ਵੀ ਇਹਨੇ ਸੱਚ ਬੋਲਣਾ, ਕੀ ਦੱਸੋ ਵੀ ਉਹ ਹਮੇਸ਼ਾ ਸੱਚ ਬੋਲਦਾ ਹੋਵੇਗਾ? ਗੁਣ ਤਾਂ ਹੈ ਸੱਚ ਬੋਲਣਾ, ਪਰ ਐਸਾ ਨਹੀਂ ਹੋਣਾ ਕਿ ਹਰ ਵੇਲੇ ਹੀ ਸੱਚ ਬੋਲਦਾ ਹੋਵੇ। ਕਦੇ ਨਾ ਕਦੇ ਤਾਂ ਪਰਦਾ ਪਾਉਂਦਾ ਹੋਣਾ ਨਾ, ਫਿਰ ਉਹਦਾ ਗੁਣ ਨਿਰਮਲ ਕਿਵੇਂ ਹੋਇਆ? ਮਲ ਨਹੀਂ ਹੋਇਆ ਨਾ, ਕਿਉਂਕਿ ਸਦਾ ਇੱਕੋ ਜਿਹਾ ਨਹੀਂ ਰਿਹਾ। ਜੀ ਇਹ ਬੰਦਾ ਬੜਾ ਸਬਰ ਸੰਤੋਖ ਵਾਲਾ ਹੈ, ਕਿਆ ਜਾਣੀਏ ਕਿ ਉਹਦਾ ਉਹ ਸਬਰ ਸੰਤੋਖ ਸਦਾ ਰਹੇਗਾ? ਜਾਂ ਮੰਨ ਲਓ ਅੱਜ ਹੈ, ਕੀ ਗਰੰਟੀ ਹੈ, ਕੀ ਭਰੋਸਾ ਵੀ ਆਉਣ ਵਾਲੇ ਦਿਨਾਂ 'ਚ ਉਹਦਾ ਸਬਰ ਸੰਤੋਖ ਉਦਾਂ ਹੀ ਕਾਇਮ ਰਹੇਗਾ? ਇੱਦਾਂ ਤਾਂ ਬੜੇ ਬੜੇ ਰਾਜਨੀਤਿਕ ਲੋਕ ਵੀ ਵਿਖਾਉਂਦੇ ਅਸੀਂ ਬੜੇ ਸਬਰ ਸੰਤੋਖ ਵਾਲੇ ਆ, ਜਦੋਂ ਉਹਨਾਂ ਨੂੰ ਸੱਤਾ ਮਿਲਦੀ ਹੈ ਕਿ ਉਹ ਬਾਅਦ ਵਿੱਚ ਸਬਰ ਸੰਤੋਖ ਵਾਲੇ ਰਹਿੰਦੇ ਆ। ਸਾਡੀਆਂ ਅੱਖਾਂ ਦੇ ਸਾਹਮਣੇ ਵੇਖਦੇ ਆ ਵਰਤਾਰਾ। ਪਹਿਲਾਂ ਇਹੀ ਵਿਖਾਇਆ ਜਾਂਦਾ ਅਸੀਂ ਰੱਜੇ ਪੁੱਜੇ ਹਾਂ। ਕੋਈ ਅਫਸਰ ਸ਼ਾਹੀ ਦੇ ਵਿੱਚ ਵੱਡੇ ਅਫਸਰ ਅਹੁਦੇ ਤੇ ਪਹੁੰਚਿਆ, ਕਹਿੰਦਾ ਸਾਡੇ ਘਰ ਵਿੱਚ ਸਾਨੂੰ ਪਹਿਲਾਂ ਹੀ ਬਹੁਤ ਕੁਝ ਹੈ, ਬੜੀ ਜਾਇਦਾਦ ਜ਼ਮੀਨ, ਅਸੀਂ ਪਹਿਲਾਂ ਹੀ ਰੱਜੇ ਪੁੱਜੇ ਹਾਂ। ਜਦੋਂ ਪਹੁੰਚ ਜਾਂਦਾ ਕਿਸੇ ਪਦਵੀ ਤੇ, ਕਿਸੇ ਰੁਤਬੇ ਤੇ, ਕੀ ਬਾਅਦ ਵਿੱਚ ਉਸੇ ਤਰ੍ਹਾਂ ਸਬਰ ਸੰਤੋਖ 'ਚ ਰਹਿੰਦਾ? ਨਹੀਂ ਰਹਿੰਦਾ। ਕੋਈ ਵਿਰਲਾ ਹੋਵੇ ਤਾਂ ਹੋਵੇ। ਯਾਨੀ ਕਿ ਸੰਸਾਰੀ ਮਨੁੱਖਾਂ ਦੇ ਜਿਹੜੇ ਗੁਣ ਨੇ ਉਹ ਨਿਰਮਲ ਨਹੀਂ ਰਹਿ ਸਕਦੇ, ਕਿਉਂਕਿ ਉਹ ਪਤਾ ਨਹੀਂ ਕਿਹੜੇ ਵੇਲੇ ਤਬਦੀਲ ਹੋ ਜਾਣ, ਬਦਲ ਜਾਣ। ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਗੁਣ ਨਿਰਮਲ ਨੇ, ਕਿਉਂਕਿ ਜੋ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਸਪਸ਼ਟ ਸਨ, ਅੱਜ ਵੀ ਉਸੇ ਤਰ੍ਹਾਂ ਨੇ, ਤੇ ਲੱਖਾਂ ਸਾਲ ਗੁਜ਼ਰ ਜਾਣ ਤੋਂ ਬਾਅਦ ਵੀ ਉਸੇ ਤਰ੍ਹਾਂ ਹੀ ਰਹਿਣਗੇ। ਉਹ ਤਬਦੀਲ ਨਹੀਂ ਹੁੰਦੇ, ਉਹ ਸदैव ਹੀ ਉਸੇ ਤਰ੍ਹਾਂ ਨੇ। ਤੋ ਨਿਰਮਲ ਵਾਹਿਗੁਰੂ ਪਰਮੇਸ਼ਰ ਹਰੀ ਦੇ ਜਿਨ੍ਹਾਂ ਨਿਰਮਲ ਗੁਣ ਗਾਏ ਨੇ, ਗਾਏ ਹਨ, ਉਹਨਾਂ ਦੇ ਹਿਰਦੇ ਵਿੱਚੋਂ ਤ੍ਰਿਸ਼ਨਾ ਦੀ ਅੱਗ ਬੁਝ ਗਈ। ਤ੍ਰਿਸ਼ਨਾ ਅਗਨ ਬੁਝੀ, ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਗਈ। ਸ਼ਾਂਤ ਪਾਈ, ਉਹਨਾਂ ਦੇ ਹਿਰਦੇ ਸ਼ਾਂਤ ਹੋ ਗਏ। ਉਹਨਾਂ ਨੂੰ ਸ਼ਾਂਤੀ, ਜਦੋਂ ਅੱਗ ਬੁਝੇਗੀ ਤੇ ਸ਼ਾਂਤੀ ਤਾਂ ਹੋਣੀ। ਜਿੱਥੇ ਅੱਗ ਦੇ ਭਾਂਬੜ ਮਚਦੇ ਹੁਣ ਉੱਥੇ ਕਿੱਥੇ ਸ਼ਾਂਤੀ? ਉਸ ਅੱਗ ਦੀ ਲੂ ਨਾਲ ਹੀ ਲੁੱਚ ਮਰਦੇ ਨੇ ਜੀਵ। ਜਦੋਂ ਬੁਝ ਜਾਏ ਤੇ ਫਿਰ ਸ਼ਾਂਤ ਹੋ ਜਾਂਦੀ ਹੈ, ਫਿਰ ਸ਼ਾਂਤੀ ਵਰਤ ਜਾਂਦੀ ਹੈ। ਤੋ ਸਤਿਗੁਰੂ ਜੀ ਕਹਿੰਦੇ ਕਿ ਅਕਾਲ ਪੁਰਖ ਦੇ ਨਿਰਮਲ ਗੁਣ ਗਾਇਣ ਨਾਲ ਜਿਨ੍ਹਾਂ ਜਿਨ੍ਹਾਂ ਗਾਏ, ਅਸੀਂ ਵੀ ਗਾਇਬਾ ਗਾਉਂਦੇ ਹਾਂ, ਗਾ ਕੇ ਸਾਡੇ ਅੰਦਰੋਂ ਜਿਹੜੀ ਤ੍ਰਿਸ਼ਨਾ ਦੀ ਅੱਗ ਸੀ ਉਹ ਬੁਝ ਗਈ ਹੈ ਔਰ ਹਿਰਦਾ ਸ਼ਾਂਤ ਹੋ ਗਿਆ। ਤਿਨ ਕੇ ਭਾਗ ਖੀਨ ਧੁਰ ਪਾਏ ਜਿਨ ਸਤਿਗੁਰ ਦਰਸ ਨਾ ਪਾਏ ਬਾ। ਤਿਨਾਂ ਦੇ ਭਾਗ ਛੀਣ ਨੇ, ਜਾਂ ਇਦਾਂ ਕਹਿ ਲਿਖੀਨ ਦਾ ਮਤਲਬ ਮਾੜੇ ਭਾਗ ਨੇ ਉਹਨਾਂ ਲੋਕਾਂ ਦੇ। ਆਖੋ ਸਤਨਾਮ ਸ੍ਰੀ। ਪਾਤਸ਼ਾਹ ਕਹਿੰਦੇ ਮਾੜੇ ਭਾਗ ਨੇ, ਧੁਰ ਦਰਗਾਹ ਤੋਂ ਹੀ ਮਾੜੇ ਭਾਗ ਲੈ ਕੇ ਆਏ ਇਹੋ ਜਿਹੇ ਬੰਦੇ। ਇੱਥੇ ਨਹੀਂ ਬਣੇ, ਕਹਿੰਦੇ ਧੁਰ ਤੋਂ ਹੀ ਲੈ ਕੇ ਆਏ ਨੇ, ਧੁਰ ਤੋਂ ਹੀ ਉਹਨਾਂ ਦੇ ਭਾਗ ਮਾੜੇ ਨੇ। ਤਿੰਨ ਕੇ ਭਾਗ ਖੀਨ ਧੁਰ ਪਾਏ, ਧੁਰ ਦਾ ਮਤਲਬ ਮੁੱਢ ਤੋਂ ਹੀ, ਧੁਰ ਤੋਂ ਹੀ ਉਹਨਾਂ ਦੇ ਭਾਗ ਖੀਨ ਨੇ, ਮਾੜੇ ਭਾਗ ਨੇ। ਕਿਹਨਾਂ ਦੇ? ਜਿਨ ਸਤਿਗੁਰ ਦਰਸ ਨਾ ਪਾਏ ਬਾ। ਵੇਖੋ ਮਹਾਰਾਜ ਜੀ ਕੈਸੀ ਸੋਹਣੀ ਇੱਥੇ ਵਿਆਕਰਣ ਵੀ ਨਾਲ ਵਰਤਦੇ ਆ। ਦਰਸ ਦੇ ਸੱਸੇ ਨੂੰ ਔਂਕੜ ਲਾ ਕੇ ਅੱਗੇ ਨੰਨਾ ਨਖੇੜ ਦਿੱਤਾ, ਵੱਖਰਾ ਕਰ ਦਿੱਤਾ, ਵੀ ਜੇ ਕਿਤੇ ਸੱਸਾ ਮੁਕਤਾ ਕਰ ਦੇਣ ਤੇ ਨੰਨਾ ਨਾਲ ਜੁੜ ਜਾਏਗਾ ਤੇ ਬਣ ਜਾਏਗਾ ਦਰਸ਼ਨ।
ਤੇ ਫਿਰ ਅਰਥ ਜਿਹੜਾ ਅਨਰਥ ਹੋ ਜਾਏਗਾ। ਵੇਖੋ ਇੱਕ ਔਂਕੜ ਨਾਲ ਹੀ ਕਿੰਨਾ ਫਰਕ ਪੈ ਜਾਂਦਾ। ਸੱਸੇ ਨੂੰ ਲੱਗੀ ਹੀ ਔਂਕੜ ਜਿਹੜੀ ਅੱਗੇ ਨੰਨੇ ਨੂੰ ਨਖੇੜ ਦਿੰਦੀ ਹੈ। ਹਾਂ, ਸਾਰੇ ਪਾਸੇ ਗੁਰਬਾਣੀ 'ਚ ਵਿਆਕਰਣ ਦਾ, ਕਿਉਂਕਿ ਗੁਰਬਾਣੀ ਦੀ ਵਿਆਕਰਣ ਬਾਅਦ ਵਿੱਚ ਬਣੀ, ਮਨੁੱਖ ਕ੍ਰਿਤ ਹੈ ਵਿਆਕਰਣ, ਗੁਰਬਾਣੀ ਈਸ਼ਵਰ ਕ੍ਰਿਤ ਹੈ। ਵਿਆਕਰਣ ਨੂੰ ਪੂਰਨ ਤੌਰ ਤੇ ਗੁਰਬਾਣੀ ਤੇ ਲਾਗੂ ਨਹੀਂ ਕਰ ਸਕਦੇ, ਗੁਰਬਾਣੀ ਸੁਤੰਤਰ ਹੈ। ਪਰ ਅਸੀਂ ਆਪਣੇ ਰਸ ਲਈ ਕਿਤੇ ਕਿਤੇ ਕਿ ਸਾਡੀ ਜਾਣਕਾਰੀ ਹਿੱਤ ਅਸੀਂ ਉਹ ਵਿਆਕਰਣ ਗੁਰਬਾਣੀ ਦੀ ਬਣਾਈ ਤਾਂ ਜੋ ਸਾਡੀ ਸਮਝ ਵਿੱਚ ਥੋੜੀ ਬਹੁਤੀ ਗੱਲ ਪੈ ਸਕੇ। ਜਿਨ੍ਹਾਂ ਦੇ ਭਾਗ ਮਾੜੇ ਹਨ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਸਤਿਗੁਰੂ ਜੀ ਦੇ ਦਰਸ਼ਨ ਪ੍ਰਾਪਤ ਨਹੀਂ ਹੁੰਦੇ। ਤਿਨ ਕੇ ਭਾਗ ਖੀਨ ਧੁਰ ਪਾਏ, ਜਿਨ ਸਤਿਗੁਰ ਦਰਸ ਨਾ ਪਾਏ ਬਾ। ਜਿਨ੍ਹਾਂ ਨੂੰ ਸਤਿਗੁਰਾਂ ਦਾ ਦਰਸ਼ ਨਹੀਂ ਪਾਇਆ, ਪ੍ਰਾਪਤ ਹੋਇਆ, ਉਹਨਾਂ ਦੇ ਭਾਗ ਧੁਰ ਦਰਗਾਹ ਤੋਂ ਹੀ ਮਾੜੇ ਨੇ, ਮੁੱਢ ਤੋਂ ਹੀ ਮਾੜੇ ਨੇ। ਤੇ ਜਿਨ੍ਹਾਂ ਦੇ ਭਾਗ ਸਵੱਲੇ, ਜਿਨ੍ਹਾਂ ਦੇ ਭਾਗ ਚੰਗੇ, ਉਹ ਵੀ ਧੁਰ ਦਰਗਾਹ ਤੋਂ ਹੀ ਪਏ ਹੋਏ ਨੇ, ਉਹਨਾਂ ਨੂੰ ਸਤਿਗੁਰਾਂ ਦੇ ਦੀਦਾਰ, ਗੁਰੂ ਕੇ ਦਰਸ਼ਨ ਪ੍ਰਾਪਤ ਹੁੰਦੇ ਹਨ। ਉਹ ਤਾਂ ਦਰਸ਼ਨ ਕਰਦਿਆਂ ਕਹਿੰਦੇ ਹਨ, ਦਰਸ਼ਨ ਦੇਖ ਜੀਵਾ ਗੁਰ ਤੇਰਾ, 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 ਦਰਸ਼ਨ ਦੇਖ ਜੀਵਾ ਗੁਰ ਤੇਰਾ। ਮਹਾਰਾਜ ਤੁਹਾਡੇ ਦੀਦਾਰ ਕਰਕੇ ਅਸੀਂ ਜਿਉਂਦੇ ਹਾਂ। ਇਹ ਵੱਡੇ ਭਾਗਾਂ ਵਾਲੇ ਸਿੱਖ ਨੇ, ਤੇ ਜਿਨ੍ਹਾਂ ਦੇ ਮਾੜੇ ਭਾਗ ਨੇ ਜੀਵਾਂ ਦੇ, ਉਹਨਾਂ ਨੂੰ ਕਦੇ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਨਹੀਂ ਹੁੰਦੇ। ਤੇ ਦੂਜਾ ਭਾਈ ਪਵਹਿ ਗਰਭ ਜੋਨੀ। ਔਰ ਇਹੋ ਜਿਹੇ ਜਿਹੜੇ ਮਨਮੁਖ ਨੇ, ਜਿਨ੍ਹਾਂ ਨੂੰ ਸਤਿਗੁਰਾਂ ਦੇ ਦਰਸ਼ਨ ਨਹੀਂ ਹੁੰਦੇ, ਪਾਤਸ਼ਾਹ ਕਹਿੰਦੇ ਉਹ ਹਮੇਸ਼ਾ ਦੂਜੇ ਭਾਵ ਵਿੱਚ ਦੁਬਦਾ ਚ ਪਏ ਰਹਿੰਦੇ ਹਨ। ਦੂਜਾ ਭਾਏ, ਦੂਜੇ ਭਾਵ ਵਿੱਚ ਪਏ ਹੋਏ, ਦੁਬਦਾ ਚ ਪਏ ਹੋਏ, ਗਰਭ ਜੋਨੀਆਂ ਚ ਪੈਂਦੇ ਨੇ। ਪਵਹਿ ਗਰਭ ਜੋਨੀ, ਉਹ ਗਰਭ ਜੋਨੀਆਂ ਦੇ ਵਿੱਚ ਭਟਕਦੇ ਹਨ। ਸਭ ਬਿਰਥਾ ਜਨਮ ਤਿਨ ਜਾਏਬਾ। ਔਰ ਉਹਨਾਂ ਦਾ ਸਾਰਾ ਮਨੁੱਖੀ ਜਨਮ ਵਿਅਰਥ ਚਲਿਆ ਜਾਂਦਾ ਹੈ। ਉਹਨਾਂ ਦੇ ਸਾਰੇ ਮਨੁੱਖੀ ਜਨਮ ਵਿਅਰਥ ਤੇ ਫਜ਼ੂਲ ਚਲੇ ਜਾਂਦੇ ਹਨ। ਹਰ ਦੇਹੋ ਬਿਮਲ ਮਤ, ਗੁਰ ਸਾਧ ਪਗ ਸੇਵ ਹੈ, ਹਮ ਹਰ ਮੀਠ ਲਗਾਏ ਬਾ। ਆਹਾ ਮਹਾਰਾਜ, हे ਸਤਿਗੁਰੂ ਜੀ, हे ਹਰੀ ਜੀ, ਕਿਰਪਾ ਕਰੋ ਸਾਨੂੰ ਸਤਿਗੁਰੂ ਸਾਧੂ ਨਾਲ ਮਿਲਾਓ। हे ਹਰੀ ਜੀ, ਸਾਡੇ ਤੇ ਕਿਰਪਾ ਕਰਕੇ ਸਾਨੂੰ ਬਿਮਲ ਮਤ ਦਿਓ। ਬਿਮਲ ਦਾ ਮਤਲਬ ਨਿਰਮਲ ਮਤ ਬਖਸ਼ੋ, ਸਾ ਮਤ, ਸ੍ਰੇਸ਼ਟ ਮਤ, ਨਿਰਮਲ ਬੁੱਧੀ ਬਖਸ਼ੋ। ਮਹਾਰਾਜ ਸਾਨੂੰ ਵਿਵੇਕ ਬੁੱਧੀ ਪ੍ਰਦਾਨ ਕਰੋ, ਜਿਸ ਬਿਮਲ ਮਤ ਨੂੰ ਪ੍ਰਾਪਤ ਕਰਕੇ ਅਸੀਂ ਗੁਰੂ ਸਾਧੂ ਦੇ ਚਰਨ ਸੇਵੀਏ। ਗੁਰ ਸਾਧ ਪਗ ਸੇਵ ਹੈ, ਗੁਰੂ ਸਾਧੂ ਦੇ ਚਰਨ ਸੇਵੀਏ। ਔਰ ਮਹਾਰਾਜ ਸਾਡੇ ਤੇ ਤਰਸ ਕਰੋ, ਸਾਡੇ ਤੇ ਕਿਰਪਾ ਕਰੋ, ਐਸੇ ਗੁਰੂ ਸਾਧੂ ਦੇ ਚਰਨ ਅਸੀਂ ਸੇਵੀਏ, ਜਿਸ ਗੁਰੂ ਨੇ, हे ਹਰੀ ਜੀ, ਤੁਹਾਡਾ ਨਾਂ ਸਾਨੂੰ ਮਿੱਠਾ ਲਾ ਦਿੱਤਾ ਹੈ। ਹਰ ਮੀਠ ਲਗਾਏ ਵਾ। ਮਹਾਰਾਜ ਹਰੀ ਜੀ, ਤੁਸੀਂ ਸਾਨੂੰ ਮਿੱਠਾ ਕਰਕੇ ਲਾ ਦਿੱਤੇ ਹੋ, ਜਿਸ ਗੁਰੂ ਨੇ ਸਾਨੂੰ ਤੁਹਾਡੇ ਨਾਲ ਜੋੜ ਦਿੱਤਾ ਹੈ। ਕਿਰਪਾ ਕਰੋ ਸਾਨੂੰ ਇਹੋ ਜੀ ਬਿਮਲ ਮਤ ਪ੍ਰਦਾਨ ਕਰੋ ਕਿ ਐਸੇ ਗੁਰੂ ਸਾਧੂ ਦੇ ਚਰਨਾਂ ਨੂੰ ਅਸੀਂ ਸੇਵੀਏ। ਜਨ ਨਾਨਕ ਰੇਨ ਸਾਧ ਪਗ ਮੰਗੈ, ਹਰ ਹੋਏ ਦਇਆਲ ਦਿਵਾਏ ਬਾ। ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਫਰਮਾਉਂਦੇ ਹਨ ਕਿ ਮੈਂ ਸਾਧੂ ਜਨਾਂ ਦੇ ਚਰਨਾਂ ਦੀ ਰੈਣ ਧੂੜੀ ਮੰਗਦਾ। ਮਹਾਰਾਜ, ਮੈਨੂੰ ਸਾਧੂਆਂ ਦੇ ਚਰਨਾਂ ਦੀ ਧੂੜੀ ਬਖਸ਼ੋ। ਔਰ ਇਸ ਦੇ ਨਾਲ ਨਾਲ ਕਹਿੰਦੇ ਹਰ ਹੋਏ ਦਿਆਲ ਦਬਾਏ ਵਾ। ਮਹਾਰਾਜ, ਅਗਾਂਹ ਵਾਸਤੇ ਵੀ ਦਿਆਲ ਹੋਇਓ ਜੇ,
ਕਿ ਅਗਾਂਹ ਵਾਸਤੇ ਵੀ ਮੈਨੂੰ ਗੁਰੂ ਸਾਧੂ ਦੇ ਚਰਨਾਂ ਦੀ ਧੂੜੀ ਬਖਸ਼ਦੇ ਰਹੋ ਜੇ। ਹੁਣ ਤਾਂ ਬਖਸ਼ੋ ਹੀ, ਹੁਣ ਤਾਂ ਮੇਰੀ ਪ੍ਰੀਤ ਲੱਗੇ ਹੀ ਸਾਧੂ ਗੁਰੂ ਸਾਧੂ ਦੇ ਚਰਨਾਂ ਨੂੰ ਸੇਵਦਾ ਰਹਾ। ਜਿਹੜੀ ਮਹਾਰਾਜ ਮੇਰੀ ਆਉਣ ਵਾਲੀ ਜ਼ਿੰਦਗੀ ਹੈ, ਮੇਰਾ ਆਉਣ ਵਾਲਾ ਜੀਵਨ ਹੈ, ਉਹਦੇ ਵਿੱਚ ਵੀ ਮੈਂ ਗੁਰੂ ਸਾਧੂ ਦੇ ਚਰਨਾਂ ਨੂੰ ਸੇਵਦਾ ਰਹਾ। ਮੇਰੇ ਤੇ ਇਹ ਤਰਸ ਕਰੋ, ਦਇਆ ਕਰੋ। ਸਤਿਗੁਰੂ ਜੀ ਕਿਰਪਾ ਕਰਨ। ਪਾਤਸ਼ਾਹ ਦੀ ਬਾਣੀ ਅਗਾਧ ਬੋਧ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ ਕਿ ਨੌਵੇਂ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਚਰਨ ਚੋਂ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਅੱਜ ਰਾਤ ਨੂੰ ਸਮਾਗਮ ਸਜ ਰਹੇ ਨੇ। ਹੁਣ ਤਕਰੀਬਨ 10 ਵਜੇ ਨਾਲ ਅੱਜ ਦਿਨੇ ਸਹਿਜ ਪਾਠਾਂ ਦੇ ਭੋਗ ਪੈਣਗੇ। ਰਾਤ ਨੂੰ 7 ਤੋਂ 11 ਵਜੇ ਤੱਕ ਦੀਵਾਨ ਸਜਣਗੇ। ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਹਾਜ਼ਰੀਆਂ ਭਰਨਗੇ। ਉਹ ਦਿਨ ਮਨਾਇਆ ਜਾ ਰਿਹਾ ਜਿਸ ਦਿਨ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਆਪਣੇ ਚਰਨ ਪਾ ਕੇ ਇਸ ਧਰਤੀ ਨੂੰ ਗੁਰਸਿੱਖਾਂ ਲਈ ਪੂਜਨੀਕ ਬਣਾਇਆ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਸਮਾਗਮਾਂ 'ਚ ਹਾਜ਼ਰੀਆਂ ਭਰੋ। ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਕਰ ਨੌ ਨਿਦ ਆਵੈ ਧਾਏ, ਕਰ ਨੌ ਨਿਦ ਆਵੈ ਧਾਏ, ਕਰ ਨੌ ਨਿਦ ਆਵੈ ਧਾਏ, ਕਰ ਨੌ ਨਿਦ ਆਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਚੋ ਸੱਜਣ ਮੈਂਡਿਆ, ਦੇ ਸਿਸ ਉਤਾਰ। ਨੈਣ ਮਹਿੰਜੇ ਤਰਸਦੇ, ਕਦ ਪਸੀ ਦੀਦਾਰ। ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਬਵਨ ਦਿਨ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸਕਹੋ ਟਲ ਗੁਰ ਸੇਵੀਆ, ਅਹਨਸ ਸਹਜ। ਦਰਸ਼ਨ ਪਰਸੈ ਗੁਰੂ ਕੈ ਜਨਮ। ਹੋਵੈ ਸਿਫਤ ਖਸਮ ਦੀ, ਨੂਰ ਅਰ ਸੋਹ ਕੁਰ ਸੋਹ। ਤੁਧ ਡਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੇ।
ਸੱਜਣ ਸੱਚਾ ਪਾਤਸ਼ਾਹ ਸਿਰ ਸਾਧੈ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਗੁਰ ਆਪਣੇ ਉਪਰ ਬਲ ਜਾਈਐ। ਆਠ ਪਹਿਰ ਹਰ ਹਰ ਜਸ ਗਾਈਐ। ਗੁਰ ਆਪਣੇ ਉਪਰ ਬਲ ਜਾਈਐ। ਆਠ ਪਹਿਰ ਹਰ ਹਰ ਜਸ ਗਾਈਐ। ਸਿਮਰੋ ਸੋ ਪ੍ਰਭ ਆਪਣਾ ਸੁਆਮੀ। ਸਗਲ ਘਟਾ ਕਾ ਅੰਤਰ ਜਾਮੀ ਰਹਾਉ। ਚਰਨ ਚਰਨ ਕਮਲ ਸਿਉ ਲਾਗੀ ਪ੍ਰੀਤ। ਸਾਚੀ ਪੂਰਨ ਨਿਰਮਲ ਰੀਤ। ਸੰਤ ਪ੍ਰਸਾਦ ਵਸੈ ਮਨ ਮਾਹੀ। ਜਨਮ ਜਨਮ ਕੇ ਕਿਲ ਵਿਖ ਜਾਹੀ। ਕਰ ਕਿਰਪਾ ਪ੍ਰਭ ਦੀਨ ਦਇਆਲਾ। ਨਾਨਕ ਮੰਗੈ ਸੰਤ ਰਵਾਲਾ। ਕਰ ਕਿਰਪਾ ਪ੍ਰਭ ਦੀਨ ਦਇਆਲਾ। ਨਾਨਕ ਮੰਗੈ ਸੰਤ ਰਵਾਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ। ਸਤਨਾਮ ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।